सतगुर स्यों चित लाइए सदा सदा रंग मान। 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 सतगुर स्यों चित लाइए 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 सदा सदा रंग मान। 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 सतगुर स्यों चित लाइए 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 सदा सदा रंग मान। हमरी गणत न गणिया काई अपना बिरद पछाण। हाथ दे राखे कर अपने सदा सदा रंग मान। सो बहुत वड्डी भाग ने संगतां दे जिन्हां नूं सतगुरां दे सोहणे दरबार विच हाजिरी भरन दा बहुत सोहना सुभाग समा मिलिया कर्मां दे नाल। सतगुरु जी बचन करदे ने गुरु महाराज इच्छा पूरक सर्ब सुख दाता हर जाके वस है काम तेना। बचन करते ने गुरु महाराज कि वो अकाल पुरख परमात्मा वो सब इच्छा पूरियां करने वाला है, सब सुख देने वाला भी है वो परमात्मा।
ਸਭ ਨੂੰ ਨਿਵਾਜਣ ਵਾਲਾ ਹੈ, ਸਭ ਦੀਆਂ ਝੋਲੀਆਂ ਭਰਦਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿੰਦਿਆਂ ਟੋਟ ਨਾ ਆਵੀ ਅਗਣਤ, ਭਰੇ ਪੰਗੜਾ। ਉਹ ਸਭ ਕੁਛ ਦਿੰਦਾ, ਸਭ ਦੀਆਂ ਝੋਲੀਆਂ ਭਰਦਾ ਉਹ ਪਰਮਾਤਮਾ। ਕਦੋਂ ਭਰਦਾ ਹੈ? ਗੁਰੂ ਜੀ ਬਚਨ ਕਰਦੇ ਨੇ, ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸ ਹੈ ਕਾਮ ਤੇ ਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਤੂੰ ਉਸ ਦਾ ਸਿਮਰਨ ਕਰ, ਧਿਆ ਜਪ, ਤਾਂ ਫਿਰ ਤੈਨੂੰ ਸਭ ਥਾਈਂ ਸੁੱਖ ਹੀ ਸੁੱਖ ਮਿਲੇਗਾ। ਸਭ ਥਾਈਂ ਵੇਖੋ, ਗੁਰੂ ਨੂੰ ਧਿਆਉਣ ਦੇ ਨਾਲ, ਗੁਰੂ ਦੇ ਲੜ ਲੱਗਿਆਂ ਸੁੱਖ ਮਿਲੇਗਾ। ਵੇਖੋ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਸਤਿਗੁਰੂ ਗੋਇੰਦਵਾਲ ਸਾਹਿਬ ਵਿਰਾਜ ਰਹੇ ਸਨ। ਗੁਰੂ ਮਹਾਰਾਜ ਵਿਰਾਜ ਰਹੇ ਨੇ ਗੁਰੂ ਜੀ। ਬਹੁਤ ਸਿੱਖ ਸੰਗਤਾਂ ਆਉਂਦੀਆਂ ਨੇ, ਸਤਿਗੁਰਾਂ ਦੇ ਦਰਸ਼ਨ ਵੀ ਕਰਦੇ ਨੇ। ਸੰਗਤਾਂ ਕੋਈ ਮੰਗਾ ਮੰਗ ਰਿਹਾ ਹੈ ਤੇ ਸਤਿਗੁਰੂ ਜੀ ਸਭ ਦੀਆਂ ਹੀ ਝੋਲੀਆਂ ਭਰਦੇ ਨੇ। ਤੀਸਰੇ ਪਾਤਸ਼ਾਹ, ਤੀਸਰਾ ਗੁਰੂ ਨਾਨਕ, ਗੁਰੂ ਅਮਰਦਾਸ ਪਾਤਸ਼ਾਹ। ਬਹੁਤ ਸੰਗਤਾਂ ਆਉਂਦੀਆਂ ਨੇ। ਵੇਖੋ ਕਿ ਇੱਕ ਪਰਿਵਾਰ ਆਏ, ਉਹਨਾਂ ਨੇ ਬੇਨਤੀ ਕਰੀ, ਸਤਿਗੁਰੂ ਕਿਰਪਾ ਕਰੋ, 5-6 ਸਾਲ ਹੋ ਗਏ ਵਿਆਹ ਹੋਏ ਨੂੰ, ਪਰ ਘਰ ਵਿੱਚ ਕੋਈ ਔਲਾਦ, ਕੋਈ ਬੱਚਾ ਹੋਇਆ ਨਹੀਂ ਹੈ। ਕਿਰਪਾ ਕਰੋ। ਬਹੁਤ ਜਗ੍ਹਾ ਗਏ, ਬਥੇਰੇ ਨੱਕ ਰਗੜੇ, ਬਹੁਤ ਕੁਝ ਕਰਵਾਇਆ ਸਤਿਗੁਰੂ, ਪਰ ਕਿਸੇ ਨੇ ਵੀ ਝੋਲੀ ਨਹੀਂ ਭਰੀ, ਕਿਸੇ ਨੇ ਵੀ। ਹੁਣ ਆਪ ਜੀ ਦੇ ਦਰ ਤੇ ਆਏ ਹਾਂ, ਸੋ ਸੁਣ ਕੇ ਆਏ ਹਾਂ ਸਤਿਗੁਰੂ, ਲਾਹੌਰ ਤੋਂ ਆਏ ਹਾਂ। ਤੁਸੀਂ ਕਿਰਪਾ ਕਰੋ, ਕਿਰਪਾ ਕਰੋ। ਸਤਿਗੁਰੂ ਤੀਸਰੇ ਪਾਤਸ਼ਾਹ ਨੇ ਪਹਿਲਾਂ ਹੀ ਬਚਨ ਕਰਿਆ ਕਿ ਇੱਕ ਗੁਰੂ ਧਾਰਿਆ ਕੋਈ, ਕਿਸੇ ਗੁਰੂ ਦੇ ਲੜ ਲੱਗੇ, ਕਹਿਣ ਲੱਗੇ ਜੀ ਕੋਈ ਗੁਰੂ ਤਾਂ ਨਹੀਂ ਜੀ, ਉਹ ਜਾਂਦੇ ਅਸੀਂ ਸਾਰਿਆਂ ਕੋਲੇ ਰਹੇ, ਜਿੱਥੇ ਵੀ ਦੱਸ ਪੈਂਦੀ ਸੀ ਉਧਰ ਨੂੰ ਹੀ ਜਾਂਦੇ ਰਹੇ, ਸਭ ਕੋਈ ਜਗ੍ਹਾ ਛੱਡੀ ਨਹੀਂ। ਸਤਿਗੁਰੂ ਜੀ ਬਚਨ ਕਰਨ ਲੱਗੇ, ਤਾਂ ਹੀ ਤਾਂ ਫਿਰ ਕੋਈ ਦਾਤ ਨਹੀਂ ਪ੍ਰਾਪਤ ਹੋਈ। ਏਕ ਛੋੜ ਦੂਜੇ ਲੱਗੇ, ਡੁੱਬੇ ਸੇ ਬੰਜਾਰਿਆ। ਸਤਿਗੁਰਾਂ ਨੇ ਬਚਨ ਕਰੇ ਵੀ ਨਹੀਂ, ਪਹਿਲਾਂ ਇੱਕ ਦੇ ਬਣੋ, ਇੱਕ ਗੁਰੂ ਦੇ ਬਣੋ, ਗੁਰੂ ਧਾਰੋ, ਗੁਰੂ ਦੇ ਲੜ ਲੱਗੋ ਬਈ। ਕਹਿਣ ਲੱਗੇ ਜੀ ਹੁਣ ਆਪ ਜੀ ਦੇ ਚਰਨਾਂ ਦੇ ਵਿੱਚ ਆਏ ਹਾਂ, ਤੁਸੀਂ ਕਿਰਪਾ ਕਰੋ ਸਤਿਗੁਰੂ, ਤੁਹਾਡਾ ਆਸਰਾ ਤੱਕਿਆ ਹੈ ਹੁਣ, ਹੋਰ ਸਭੇ ਢਾਈਆਂ ਢੇਰੀਆਂ, ਇੱਕ ਤੱਕਿਆ ਆਸਰਾ ਤੇਰਾ ਸਤਿਗੁਰੂ, ਕਿਰਪਾ ਕਰ ਦਿਓ ਹੁਣ। ਸਤਿਗੁਰਾਂ ਨੇ ਫਿਰ ਚਰਨ ਪੌੜ ਦਿੱਤੀ ਗੁਰੂ ਮਹਾਰਾਜ ਜੀ ਨੇ, ਤੇ ਨਾਲ ਧਾਰਿਆ, ਚਰਨ ਪੌੜ ਲਈ। ਬੜੇ ਖੁਸ਼ ਆਉਂਦੇ ਨੇ, ਸੰਗਤ ਕਰਦੇ ਨੇ, ਹਾਜ਼ਰੀਆਂ ਭਰਦੇ ਨੇ। ਵੇਖੋ ਬੜੇ ਚਾਅ ਦੇ ਨਾਲ, ਬੜੇ ਚਾਅ ਦੇ ਨਾਲ, ਬੜੀ ਖਿੱਚ ਵੀ ਹੈ। ਵੇਖੋ ਤਾਂਘ ਵੀ ਹੈ ਦਰਸ਼ਨਾਂ ਦੀ।
ਤੇ ਗੁਰੂ ਦੇ ਪ੍ਰੇਮ ਦੇ ਵਿੱਚ ਹੈ। ਵੇਖੋ, ਪ੍ਰੇਮਾ ਭਗਤੀ ਵੀ ਕਰਦੇ, ਗੁਰੂ ਦੇ ਨਾਲ ਭਾਵ ਪ੍ਰੇਮ ਹੈ। ਵੇਖੋ ਫਿਰ ਜਦੋਂ ਇਹ ਸਭ ਕੁਝ ਅਵਸਥਾ ਬਣ ਜਾਂਦੀ ਹੈ ਨਾ, ਗੁਰੂ ਦਿਸਦਾ ਹੈ, ਗੁਰੂ ਨਾਲ ਪ੍ਰੇਮ ਹੈ, ਗੁਰੂ ਤੇ ਭਾਵਨਾ ਸ਼ਰਧਾ ਵਾਹੀਦੀ, ਤੇ ਫਿਰ ਗੁਰੂ ਸਭ ਇੱਛਾ ਸਭ ਪੂਰੀਆਂ ਕਰ ਦਿੰਦਾ ਹੈ। ਵੇਖੋ, ਜਦੋਂ ਗੁਰੂ ਦਾ ਜੀਵ ਬਣ ਜਾਂਦਾ, ਵੇਖੋ, ਤੇ ਸਮਾਂ ਪਿਆ, ਸਾਲ ਡੇਢ ਸਾਲ ਬਾਅਦ ਘਰੇ ਫਿਰ ਪੁੱਤਰ ਨੇ ਜਨਮ ਲਿਆ। ਵੇਖੋ, ਪੁੱਤਰ ਨੇ ਜਨਮ ਲਿਆ, ਬੜੀ ਖੁਸ਼ੀ ਮਨਾਈ, ਖੁਸ਼ ਸੀ। ਵੇਖੋ, ਕਿਉਂਕਿ ਇੰਨੇ ਸਾਲਾਂ ਬਾਅਦ ਘਰੇ ਜਨਮ ਹੋਇਆ ਬੱਚੇ ਦਾ, ਉਹ ਵੀ ਪੁੱਤਰ, ਬਹੁਤ ਖੁਸ਼ ਹੋਇਆ ਵੀ ਗੁਰੂ ਨੇ ਕਿਰਪਾ ਕੀਤੀ ਹੈ, ਗੁਰੂ ਨੇ ਲਾਜ ਰੱਖੀ। ਵੇਖੋ, ਕਿੰਨਾਂ ਦੀ ਲਾਜ ਰੱਖਦਾ, ਜਿਹੜੇ ਸਤਿਗੁਰੂ ਦੇ ਨਾਲ ਚਿੱਤ ਜੋੜ ਲੈਂਦੇ ਨੇ, ਉਹ ਫਿਰ ਸਦਾ ਸਦਾ ਹੀ ਰੰਗ ਮਾਣਦੇ ਨੇ। ਸਤਿਗੁਰ ਸਿਉ ਚਿੱਤ ਲਾਈਐ ਸਦਾ ਸਦਾ ਰੰਗ ਮਾਣ। ਵੇਖੋ, ਕਿਰਪਾ ਵਰਤੀ ਗੁਰੂ ਮਹਾਰਾਜ ਜੀ ਦੀ। ਵੇਖੋ, ਬੜੀ ਖੁਸ਼ੀ ਹੋਈ। 6-7 ਸਾਲ ਬਾਅਦ ਘਰੇ ਜਨਮ ਹੋਇਆ, ਤੇ ਹੋਇਆ ਵੀ ਪੁੱਤਰ। ਤੇ ਵੇਖੋ ਪਰਿਵਾਰ ਨੂੰ ਕਿੰਨੀ ਚਾਅ, ਕਿੰਨੀ ਖੁਸ਼ੀ ਹੁੰਦੀ ਹੈ। ਇੰਨੇ ਟਾਈਮ ਸਮੇਂ ਬਾਅਦ ਬੜਾ ਚਾਅ ਚੜਿਆ। ਵੇਖੋ, ਤੇ ਸਤਿਗੁਰਾਂ ਦੇ ਕੋਲੇ ਉਸੇ ਟਾਈਮ ਹੀ ਆਇਆ ਫਿਰ ਮਠਿਆਈਆਂ ਲੈ ਕੇ ਉਹ ਸਿੱਖ। ਸਤਿਗੁਰਾਂ ਦੇ ਕੋਲੇ ਜਦੋਂ ਗੋਇੰਦਵਾਲ ਸਾਹਿਬ ਆਇਆ, ਦੀਵਾਨ ਸਜਿਆ ਸੀ, ਬਾਬਾ ਬੁੱਢਾ ਜੀ ਦੇ ਕੋਲੇ ਹਾਜ਼ਰੀ ਲਵਾਈ, ਫਿਰ ਬੇਨਤੀ ਕਰੀ। ਬਾਬਾ ਬੁੱਢਾ ਜੀ ਨੇ ਫਿਰ ਅੱਗੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰੀ, ਸਤਿਗੁਰੂ ਲਾਹੌਰ ਤੋਂ ਆਪ ਜੀ ਦਾ ਸਿੱਖ ਹੈ, ਤੁਸੀਂ ਕਿਰਪਾ ਕੀਤੀ ਹੈ, ਉਹਨਾਂ ਦੇ ਘਰ ਗ੍ਰਹਿ ਆਪ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਉਹਨਾਂ ਨੂੰ। ਉਹ ਮਠਿਆਈਆਂ ਲੈ ਕੇ ਆਇਆ ਹੈ, ਮਠਿਆਈ ਲੈ ਕੇ ਆਇਆ ਹੈ। ਦੀਨ ਦਿਆਲੂ ਸਤਿਗੁਰੂ ਇਸ਼ਾਰਾ ਕਰਿਆ, ਉੱਠਿਆ ਤੇ ਉਹ ਅੱਗੇ ਹੋਇਆ। ਤੇ ਸਤਿਗੁਰੂ ਵੀ ਵੇਖੋ, ਗੁਰੂ ਮਹਾਰਾਜ ਜੀ ਨੇ ਕੋਲੇ ਅੱਗੇ ਸਟੇਜ ਤੇ ਬੁਲਾਇਆ, ਤੇ ਗੁਰੂ ਜੀ ਸੰਗਤਾਂ ਨੂੰ ਉਪਦੇਸ਼ ਕਰਦੇ ਨੇ, ਬਚਨ ਕਰਦੇ ਨੇ ਵੀ ਇਸ ਦੀ ਸੇਵਾ ਬਹੁਤ ਸੇਵਾ ਹੈ। ਇਸ ਦੀ ਜਿਹੜੀ ਸੇਵਾ ਕਰੀ ਹੈ ਨਾ ਇਸਨੇ, ਉਹ ਚਿੱਤ ਲਾ ਕੇ ਸੇਵਾ ਕਰੀ, ਇਸਨੇ ਮਨ ਲਾ ਕੇ ਸੇਵਾ ਕਰੀ। ਥੋੜੇ ਸਮੇਂ ਦੇ ਵਿੱਚ ਹੀ ਇਸ ਨੂੰ ਉਹ ਫਲ ਪ੍ਰਾਪਤ ਹੋ ਗਿਆ ਸੇਵਾ ਦਾ। ਵੇਖੋ, ਥੋੜੇ ਸਮੇਂ 'ਚ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚ ਹੋ ਜਾਏ। ਸਤਿਗੁਰਾਂ ਨੇ ਬਚਨ ਕਰੇ ਵੀ ਇੱਕ ਤਾਂ ਚਿੱਤ ਲਾ ਕੇ ਸੇਵਾ ਕਰੀ, ਤੇ 2 ਹਉਮੈ ਵੀ ਕੱਢ ਕੇ ਸੇਵਾ ਕਰੀ। ਵੇਖੋ, ਕਈ ਸੇਵਾ ਤਾਂ ਬਹੁਤ ਥਾਂ ਕਰਦੇ ਨੇ, ਵੇਖੋ ਬਹੁਤ ਸੇਵਾ ਕਰਦੇ ਨੇ, 5-6 ਸਾਲ ਹੋ ਗਏ, ਕਈਆਂ ਨੂੰ 10 ਸਾਲ ਵੀ ਹੋ ਗਏ, ਪਰ ਜਿਹੜਾ ਚਿੱਤ ਲਾਉਣਾ ਹੈ ਨਾ, ਚਿੱਤ ਲਾ ਕੇ ਸੇਵਾ ਕਰਨੀ ਹੈ। ਕਈ ਲਾਉਂਦੇ ਵੀ ਨੇ ਚਿੱਤ, ਤੇ ਪਰ ਹਉਮੈ ਰਹਿ ਜਾਂਦੀ ਹੈ ਦੂਸਰਾ ਪਾਸਾ। ਤੇ ਜੇ ਕਿਹੜੇ ਹਉਮੈ ਵੀ ਕੱਢ ਦਿੰਦੇ ਨੇ, ਤੇ ਪਰ ਫਿਰ ਚਿੱਤ ਨਹੀਂ ਲੱਗਦਾ। ਵੇਖੋ, ਪਰ ਗੁਰੂ ਮਹਾਰਾਜ ਜੀ ਨੇ 2 ਬਚਨ ਕਰੇ ਨੇ ਸਤਿਗੁਰਾਂ ਨੇ, ਜਿਹੜੇ ਚਿੱਤ ਲਾ ਕੇ ਸੇਵਾ ਕਰਦੇ ਨੇ, ਹਉਮੈ ਕੱਢ ਦਿੰਦੇ ਨੇ, ਉਸ ਥੋੜੇ ਸਮੇਂ ਦੇ ਵਿੱਚ ਹੀ ਸਭ ਸੁੱਖ ਪ੍ਰਾਪਤ ਕਰ ਲੈਂਦੇ ਨੇ। ਉਹ ਸਭ ਦਾਤਾਂ ਮਿਲ ਜਾਂਦੀਆਂ ਨੇ, ਝੋਲੀਆਂ ਭਰੀਆਂ ਜਾਂਦੀਆਂ ਨੇ। ਵੇਖੋ, ਥੋੜੇ ਸਮੇਂ 'ਚ ਹੀ ਵੇਖੋ ਸਤਿਗੁਰਾਂ ਨੇ ਬਚਨ ਕਰੇ। ਉਹ ਸਿੱਖ ਨੇ ਬੇਨਤੀ ਕਰੀ, ਸਤਿਗੁਰੂ ਆਪ ਜੀ ਨੇ ਹੀ ਕਿਰਪਾ ਕਰੀ, ਗਰੀਬ ਦੀ ਝੋਲੀ ਭਰੀ ਹੈ, ਤੁਸੀਂ ਸਮਰੱਥ ਹੋ ਸਤਿਗੁਰੂ, ਕਿਰਪਾ ਕਰੋ, ਤੁਹਾਡੀ ਦਾਤ ਹੈ, ਤੁਸੀਂ ਕਿਰਪਾ ਕਰੋ, ਨਾਮ ਵੀ ਉਸ ਦਾ ਤੁਸੀਂ ਹੀ ਰੱਖ ਦਿਓ। ਸਤਿਗੁਰੂ ਨਾਮ ਰੱਖ ਦਿਓ ਉਸ ਦਾ,
सतगुरु बचन कर लगे भी ठीक है, भी तेरी सेवा है और संगतां नूं भी लियाउंदा है, संगतां दे नाल भी तेरा था प्रेम है, बहुत प्रेम है संगतां दे नाल, प्रेम करके ही तेनू ये दात मिली है, प्रेम करके ही लिया भी आपां उसदा नाम प्रेम रख दिंदे हां, प्रेम रख दिंदे हां, उसदा नाम आपां। सतगुरां ने बचन करे, बड़ा खुश होया, गुरु जी ने सरूपा भी दिता, प्रसाद भी दिता, सत बचन कह के वो फिर आग्या लैके ते गया फिर घरे, सरूपा भी दिता ते प्रसाद भी दिता उस बच्चे नूं। गुरु साहिबां दी यानी किरपा वरतदी है, वेखो जिहड़े मन तन ला के सेवा करते ने, वेखो ते सब दातां मिल जांदियां ने इस घर विचों, किरपा वरतदी है, वेखो वरतदी है। 25-26 साल हो गए कईयां नूं इत्थे हाजरी भरदियां नूं, प्रसादा भी लियाउंदे ने, वेखो सिमरन भी करदे, सेवा भी करदे ने, वेखो ते ऐसी हुण किरपा सतगुरां दी वेखो वरत रही है। कित्थे तां घर विच साइकिल भी हुंदा नहीं सी, वेखो बड़ा औखा सी जाना आउणा उस घर परिवार नूं, वेखो ते कित्थे हुण उन्हां दे घर विच गड्डियां खड़दियां ने, वेखो जहाजां ते भी कई जांदे ने, वेखो यानी सेवा सतगुर की सेवा वेखो सफली होंदी है। पर जे कोई चित ला के करे सही, वेखो कईयां नूं जा चेते भी नहीं हुंदा भी इन्नी भी किरपा होवेगी भी असीं इत्थे इस मंजिल ते भी पहुंच जावांगे, वेखो क्यों गुरु समर्थ है, उस सब दाता सब दियां इच्छा सब फौरने बिना मंगियों ही वो पूरे कर दिंदा। पर गुरु दे नाल जुड़ना, गुरु दे नाल वेखो समा होया जदों महीना सवा क महीना होया ना, सतगुरां दे कोले फिर लियांदा, उसनूं गुरु जी दे कोले लियांदा प्रेमे नूं। सतगुरु बड़े खुश, गुरु जी वर भी दिंदे ने ते सरूपा भी दिता सतगुरां ने, फिर प्रसाद दिता। माता पिता नूं भी बचन करे, बचन करे की बचन करे भी हुण दात तां मिल गई है, गुरु ने किरपा कर दी, दात दे दी, पर यह ना होवो भी किते गुरु नूं ना किते भुल बैठो, गुरु नूं ना किते भुल जाओ। आप भी संगत करियो, बद हाजरी भरियो ते इस प्रेमे दे भी हाजरी भरायो। वेखो सतगुरां ने पहला ही वचन कर दिते, सतगुरां ने वेखो सत वचन कहा ते समा लंघदा गया, प्रेमा बड़ा होया, 10 साल दा होया, लैके आउंदे रहे हाजरी, किते आउणा आप आउणा, माता ने चाहे पिता ने आउणा, हाजरी भर के मुड़ जाना। सतसंग दीवान सतगुरु जी बचन कर दे, पर वो कोई सुनना ना ही बच्चे नूं कहना। 15 साल दा होया, आप बिरध शरीर होए उन्हां दे, आप भी संगत करनों फिर कुछ घट गए। हुण कल्ले प्रेमी नूं भेज दिंदे ने भी जा हुण तूं जाया बई, प्रसाद लै जा भी आहा। हुण वो भी की करदा है, आउंदा है प्रसाद मत्था टेकदा है ते मुड़ जांदा, बाहर बैठ जांदा है, बाहर बैठ जांदा, गल्लां बातां मार के मुड़ जांदा। माता पिता ने कोई ध्यान नहीं दिता, ना ही माता ने ना ही पिता ने समझाया कोई उसनूं। वेखो समझाया नहीं भी नहीं पुत्त तू उत्थे जाना तो है, पर सतगुरां दे कोल जरूर हाजरी लवाया कर, भुगत के आया कर, सतगुरां दे कोले अगे हो के बैठिया कर, जरूर दर्शन करया करे, माता पिता दा फर्ज हुंदा।
ਫਰਜ਼ ਹੈ ਮਾਤਾ ਪਿਤਾ ਦਾ। ਵੇਖੋ ਸਮਝਾਇਆ ਨਾ ਉਹਨਾਂ ਨੇ, ਕੋਈ ਐਸੀ ਸਿੱਖਿਆ ਨਹੀਂ ਦਿੱਤੀ ਉਹਨਾਂ ਨੇ, ਮਾਤਾ ਪਿਤਾ ਨੇ ਸਮਝਾਇਆ ਨਹੀਂ। ਫੇਰ ਆਉਂਦਾ ਸੀ ਕਿਤੇ ਆਉਣਾ, ਮੱਥਾ ਟੇਕਣਾ, ਨਹੀਂ ਟੇਕਣਾ ਤੇ ਬਾਹਰੋਂ ਹੀ ਮੁੜ ਜਾਣਾ ਤੇ ਕਹਿਣਾ ਮੈਂ ਜਾ ਆਇਆ, ਜਾ ਆਇਆ। ਵੇਖੋ ਸੰਗਤ ਮਾੜੀ ਮਿਲਣੀ ਸ਼ੁਰੂ ਹੋ ਗਈ। ਵੇਖੋ ਸਮਝਾਇਆ ਨਹੀਂ ਨਾ, ਮਾਤਾ ਪਿਤਾ ਨੇ ਸਮਝਾਇਆ ਨਹੀਂ। ਵੇਖੋ ਬਾਬਾ ਜੀ ਕਈ ਵਾਰ ਬਚਨਾਂ 'ਚ ਮੋਹਰ ਲਾਇਆ ਕਰਦੇ ਨੇ ਕਿ ਬੱਚੇ ਦਾ ਜਿਹੜਾ ਗੁਰੂ ਹੈ ਨਾ, ਉਹ ਮਾਤਾ ਹੈ। ਮਾਤਾ ਹੈ, ਮਾਂ। ਸਭ ਤੋਂ ਪਹਿਲਾ ਗੁਰੂ ਮਾਤਾ ਹੈ। ਮਾਤਾ ਜੇ ਆਪ ਨਾਮ ਜਪਦੀ ਹੈ ਨਾ, ਸਿਮਰਨ ਕਰਦੀ, ਬੰਦਗੀ ਕਰਦੀ ਹੈ ਮਾਤਾ, ਤਾਂ ਉਹ ਕਿਸੇ ਵੀ ਭਗਤ ਸੂਰਮੇ ਨੂੰ, ਕਿਸੇ ਵੀ ਯੋਧੇ ਨੂੰ ਉਹ ਮਾਤਾ, ਸਾਧੂ ਮਹਾਂਪੁਰਖ ਨੂੰ ਜਨਮ ਦੇ ਸਕਦੀ ਹੈ ਮਾਤਾ। ਜੇ ਨਾਮ ਜਪਦੀ ਹੈ ਆਪ ਮਾਤਾ, ਬੰਦਗੀ ਕਰਦੀ ਹੈ ਮਾਤਾ। ਵੇਖੋ ਜੇ ਨਾਮ ਨਹੀਂ ਜਪਦੀ, ਤੁਰੀ ਫਿਰਦੀ ਕਿਤੇ ਕਿੱਧਰ ਨੂੰ, ਕਿਤੇ ਕਿਹੜੇ ਰਿਸ਼ਤੇਦਾਰ, ਕਿਤੇ ਕਿੱਥੇ ਚਲੀ ਗਈ ਮਾਤਾ, ਕਿਤੇ ਕਿੱਧਰ ਨੂੰ ਤੁਰ ਗਈ, ਫਿਰ ਔਲਾਦ ਵੀ ਐਸੀ ਪੈਦਾ ਹੁੰਦੀ। ਵੇਖੋ ਪੈਦਾ ਹੁੰਦੀ, ਫਿਰ ਆਪਣੇ ਆਪ ਫਿਰ ਕਹਿੰਦੇ ਨੇ ਜੀ ਬੜਾ ਦੁੱਖ ਦਿੰਦਾ ਹੈ ਜੀ, ਇਹਦੇ ਨਾਲੋਂ ਇਹ ਨਾ ਹੀ ਹੁੰਦਾ, ਨਾ ਹੀ ਪੈਦਾ ਹੁੰਦਾ, ਉਹੀ ਚੰਗੇ ਸੀ ਅਸੀਂ। ਵੇਖੋ ਆਪਣੇ ਆਪ ਕਹਿਣਾ ਪੈਂਦਾ। ਇਸ ਕਰਕੇ ਮਾਤਾ ਦੇ ਹੱਥ ਵਿੱਚ ਹੈ। ਮਾਤਾ ਆਪਣੇ ਪੁੱਤਰ ਨੂੰ ਸੂਰਮਾ ਬਣਾ ਦੇਵੇ, ਸਾਧੂ ਮਹਾਂਪੁਰਖ ਬਣਾ ਦੇਵੇ, ਚਾਹੇ ਮਾਤਾ ਨਰਕ ਨੂੰ ਵੀ ਭੇਜ ਸਕਦੀ ਹੈ। ਇਹ ਮਾਤਾ ਦੇ ਹੱਥ ਵਿੱਚ ਹੈ। ਵੇਖੋ ਕੁਝ ਮਰਜ਼ੀ ਕਰ ਸਕਦੀ ਹੈ ਮਾਤਾ। ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਹੈ। ਕੋਈ ਮਾਤਾ ਸਨ, ਉਸਦਾ ਪੁੱਤਰ ਸੀ ਛੋਟਾ ਜਿਹਾ, ਪੜ੍ਹਨੇ ਪਾਇਆ ਸੀ। ਪਹਿਲੇ ਦਿਨ ਸਕੂਲ ਗਿਆ, ਸਲੇਟ ਚੱਕ ਲਿਆਇਆ, ਚੋਰੀ ਕਰ ਲਿਆਇਆ। ਦੂਸਰੇ ਦਿਨ ਗਿਆ, ਕਾਪੀ ਚੱਕ ਲਿਆਇਆ, ਪੈਨਸਲ ਚੱਕ ਲਿਆਇਆ। ਇਸੇ ਤਰ੍ਹਾਂ ਕਰਦਿਆਂ ਕਰਾਉਂਦਿਆਂ ਮਾਤਾ ਪਰ ਵੇਖਦੀ ਤਾਂ ਹੈ, ਪਰ ਮਾਤਾ ਨੇ ਰੋਕਿਆ ਨਹੀਂ, ਉਸਨੂੰ ਸਮਝਾਇਆ ਨਹੀਂ ਵੀ ਨਹੀਂ ਪੁੱਤ, ਸਮਝਾਇਆ ਨਹੀਂ ਮਾਤਾ ਨੇ। ਵੇਖਦੀ ਹੈ, ਮਾਤਾ ਦਾ ਧਿਆਨ ਹੈ। ਮਾਤਾ ਸੋਚਦੀ ਹੈ ਵੀ ਚਲੋ ਵੀ ਬਾਜ਼ਾਰੋਂ ਨਹੀਂ ਸਮਾਨ ਖਰੀਦਣਾ ਪਊ, ਇਹਦੇ ਨਾਲ ਸਰ ਜਾਊਗਾ। ਵੇਖੋ ਭਾਵ ਵਿਚਾਰ ਹੈ ਸਿੱਖਿਆ ਮਾਤਾ ਦੀ। ਜਦੋਂ ਸਮਾਂ ਲੰਘਿਆ ਨਾ, ਉਸਦਾ ਪੁੱਤਰ ਵੱਡਾ ਹੋਇਆ, 20-25 ਸਾਲ ਦਾ ਹੋ ਗਿਆ, ਤੇ ਸਰੀਰ ਉਹੀ ਸੀ, ਆਤਮਾ ਸੀ ਨਾ, ਉਸਨੂੰ ਮਾੜੀ ਆਦਤ ਪੈ ਗਈ। ਮਾੜੀ ਆਦਤ ਕਿਹੜੀ? ਚੋਰੀ ਦੀ। ਚੋਰੀ ਕਰਨ ਲੱਗਿਆ, ਵੱਡੇ ਵੱਡੇ ਡਾਕੇ ਮਾਰਨ ਲੱਗਿਆ। ਫੜਿਆ ਗਿਆ, 2-3 ਵਾਰ ਪਕੜਿਆ ਗਿਆ, ਨਾਮ ਆਇਆ। ਫਿਰ ਜਦੋਂ ਪਕੜਿਆ ਗਿਆ ਨਾ, ਕਚਹਿਰੀ ਵਿੱਚ ਖੜਾ ਇੱਕ ਦਿਨ, ਤੇ ਪੁੱਛਦੇ ਨੇ, ਫਿਰ ਉੱਥੇ ਗੱਲਬਾਤ ਕਰਦੇ ਨੇ। ਗੱਲਬਾਤ ਹੋ ਰਹੀ ਹੈ, ਕਹਿਣ ਲੱਗੇ ਵੀ ਇਸ ਨੂੰ ਬੜਾ ਸਮਝਾਉਂਦੇ ਹਾਂ ਵੀ ਇਹਦਾ ਰਿਕਾਰਡ ਬਹੁਤ ਖਰਾਬ ਹੈ, ਇਸ ਦਾ ਜੀਵਨ, ਵੀ ਇਹ ਚੋਰ ਬਹੁਤ ਵੱਡਾ ਚੋਰ ਹੈ, ਬਹੁਤ ਵਾਰੀ ਛੱਡਿਆ ਗਿਆ, ਪਕੜਿਆ ਗਿਆ। ਕਹਿਣ ਲੱਗੇ ਹੁਣ ਇਹਨੂੰ ਕੀ ਕਰੀਏ, ਸਮਝਾਈਏ। ਉਹ ਕਹਿਣ ਲੱਗੇ ਵੀ ਸਮਝਣਾ ਨਹੀਂ ਇਸਨੇ, ਹੁਣ ਕੀ ਕਰੀਏ, ਵੀ ਇਸ ਨੂੰ ਕਿਉਂ ਨਾ ਫਾਂਸੀ ਹੋਈ ਦਿੱਤੀ ਜਾਵੇ, ਫਾਂਸੀ ਦੇ ਦਿਓ ਇਸ ਨੂੰ। ਹੁਕਮ ਕਰ ਦਿੱਤਾ, ਫਾਂਸੀ ਦਾ ਹੁਕਮ ਹੋ ਗਿਆ। ਤੇ ਜਦੋਂ ਫਾਂਸੀ ਦੇਣੀ ਸੀ ਨਾ, ਉਸ ਨੂੰ ਪੁੱਛਿਆ, ਕੀ ਪੁੱਛਿਆ, ਵੀ ਤੇਰੀ ਹੁਣ ਆਖਰਲੀ ਇੱਛਾ ਕੀ ਹੈ, ਕੀ ਹੈ ਤੇਰੀ ਆਖਰਲੀ ਇੱਛਾ? ਰੋ ਰਿਹਾ, ਹੌਲੀ ਹੌਲੀ ਯਾਦ ਕਰਦਾ। ਯਾਦ ਕਰਦਿਆਂ ਕਰਦਿਆਂ ਫਿਰ ਮਾਤਾ ਦਾ ਧਿਆਨ ਆਇਆ, ਮਾਤਾ ਦਾ ਖਿਆਲ ਆਇਆ। ਕਹਿਣ ਲੱਗਿਆ ਵੀ ਮੈਂ ਆਪਣੀ ਮਾਂ ਨੂੰ, ਮਾਤਾ ਨੂੰ ਮਿਲਣਾ ਚਾਹੁੰਦਾ ਹਾਂ। ਮਾਤਾ ਨੂੰ ਵੀ ਹੁਣ ਪਤਾ ਲੱਗ ਗਿਆ ਸੀ, ਮਾਤਾ ਦੀ ਉਮਰ ਵੀ ਬਹੁਤ ਹੋਈ ਵੀ ਸੀ। ਮਾਤਾ ਵੀ ਰੋਂਦੀ ਰੋਂਦੀ ਆਈ। ਮਾਤਾ ਰੋਣ ਲੱਗੀ, ਆਪਣੇ ਪੁੱਤਰ ਕੋਲੇ ਉੱਚੀ ਉੱਚੀ ਭੁੱਬਾਂ ਮਾਰ ਕੇ ਰੋਣ ਪਿੱਟਣ ਲੱਗੀ। ਮਾਤਾ, ਪੁੱਤ
मैं कल्ली रह गई, मेरा कोई सहारा नहीं रहा। तेरा प्यो भी, वो भी कितना टाइम हो गया, वो भी मर गया सी। पुत मैनू एक तेरा ही सहारा सी, बस तेरे ते ही मैं जिउंदी सी पुत। हुण कोई नहीं मेरा रहा, तैनू भी फांसी लग जानी है। माता रो रही है। रोंदी रोंदी माता दे ना पुत्र ने खिच के चपेड़ मारी अपनी मां दे, एक खिच के चपेड़ मारी। माता नाले रोंदी है, नाले हाथ रखदी है कन ते, कहन लगी पुत मैं तेरी मां, मैं तेनू पालिया पलोसिया, मैनू बहुत बड़ा दुख है, पर तू मेरे मारी जाना, तू क्यों मारी जाना। फिर वो भी पुत कहन लग्या मां मैं तेरे चपेड़ तां मारी है, किते छोटे जे हुंदे दे तू ये चपेड़ मेरे मार दिंदी ना, जदों मैं चोरी करके लैके आया सी स्कूलों, किते उदों मेरे चपेड़ मार दिंदी माता, मैनू अज फांसी ना हुंदी, अज फांसी ना हुंदी। माता तेरी सिक्ख्या दे नाल ही मैनू फांसी हो रही है, तेरी सिक्ख्या दे नाल वेखो, सिक्ख्या नाल फांसी हुंदी है। सो इस करके सतगुरु जी भी बचन करते ने कि गुरदेव माता गुरदेव पिता, जे माता आप बंदगी करे नाम जपे तो माता नू धन शब्द लग जाता। धन धन जिने दियां मावां जिन्हां दे पुत नाम जपदे, जिन्हां दे पुत भगत बने सूरमे बने, उस माता नू धन शब्द लगदा। वेखो धन शब्द लगदा। आ वेखो हुण किन्ने सोहने प्रोग्राम सतगुरां दी किरपा वरतदी है। पहला भी प्रोग्राम होए ते हुण भी वेखो नगर कीर्तन दा समागम, आ भी सतसंग दीवान साज दे करीबन 42-43 साल हो गए ने। सतगुरां दी किरपा वरतदी। वेखो बाबा जी कई बार बचना च मोहर लाया करते ने भी गुरु साहिबान दी किरपा है, सतगुरां दी मेहर है, गुरु किरपा करदा है, दीवान साजदे ने। पर इस विच माता दा भी योगदान है। माता जी दा वेखो, माता जी दा भी योगदान है इस दे विच। क्यों माता जी ने बिठाया, माता जी ने कहना भी वो सुन, बाबा ईश्वर सिंह जी रब बचन करते हैं भी वो सुन। वेखो ते घरे भी कई बार दादी जी बचन करते सन भी जदों बाबा ईश्वर सिंह जी का अखीरला समा सी पूर्णमाशी, ते बाबा जी ने उदों फिर बचन करे। माता जी दसदे सन भी असीं भी बिच संगतां दे बैठे, ते बाबा जी भी उदों नाल ही सन। छोटी अवस्था सी, करीबन 9-10 साल दे, 11 साल दी बाबा जी, ते नाल ही बैठे सन। ते पूर्णमाशी 12-12:15 का समा सी। वेखो जिहड़ी विचार है ना, वो है सिक्ख्या, माता दी सिक्ख्या। वेखो बैठे फिर ते बाबा जी ने फिर बचन करे भी इस दर तो सब कुछ मिलता है, दुध मिल जाता है, पुत मिलता है, भी शरीर की तंदुरुस्ती भी मिलती है, इस दर तो सब कुछ मिलता है। बाबा ईश्वर सिंह जी ने बचन करे भी कोई श्रद्धा भावना वाला भी है तां भी इस दर तो गुरु नानक भी मिल जाता है, गुरु नानक भी मिल जाता है। बाबा जी ने बचन करे तो उदों फिर दसदे ने कि भी बाबा जी बैठे सन ते माता जी ने हिलाया भी ओ वेख बाबा ईश्वर सिंह जी ने बचन करते ने, सुन सुन। ते सुने फिर ये बचन बाबा जी ने। वेखो बाबा जी ने जो सुने, समाप्ति हुई, सारी समाप्ति हो गई।
कोई रहन वाले दूरले रह पे, कई नेड़ले जान वाले चले गए। माता जी तो फिर उत्थे ही रहे, उत्थे ही रहे। अमृत वेला दूसरे दिन ਜਦੋਂ आग्या लैके घरे वापस जान लगे ना, तो बाबा जी ਨੂੰ बचन याद आ गया बाबा ईश्वर सिंह जी का। वेखो कहन लगे भी बाबा जी ने रात बचन करिया सी भी इत्थों गुरु नानक मिल जाता है, भी मैं तो गुरु नानक नूं लैके जाना है। संगत है ना, संगत का रंग है। वेखो भी मैं तो इत्थों गुरु नानक नूं लैके जाना है। माता जी ने वेख्या भी मैनू किस तरह याद आ गया। कहन लगे, माता कहन लगे, दादी जी कहते भी नहीं है, गुरु नानक अपने नाल है। आ वेख इधर है, इधर है, गुरु नानक है, इधर जाते ने भी। माता जी कहन लगे भी परछावां सी पैंदा। माता जी कहन लगे, मैं क्या भी आ वेख अगे अगे तेरे गुरु नानक ही जाता। पर नहीं, कहते बहुत जिद की, नहीं भी मैं तो गुरु नानक नूं लैके जाना, लैके ही जाना। जिद करन लगे। कहन लगे फिर एक दुकान सी बाहर फाटकां दे कोले, उतों फिर गुरु नानक पातशाह का छोटा स्वरूप 7 रुपए का उस टाइम लैके दे दिता। देखो स्वरूप लैके दिता गुरु नानक पातशाह का, रमाले विच लपेटिया ते बाबा जी ने घुट के छाती दे नाल लाया भी गुरु नानक मिल गया, गुरु नानक मिल गया। वेखो धन्ना भगत, भावना शरदा। वेखो इस तरह फिर जो घरे आए ना, लिया घरे ते आसन तो हम पहला ही लग्या वा सी उथे, पहला तो ही कृपा बख्शिश सी। वेखो भोग पहला तो ही लगदा सी। बचन होए सन बाबा नंद सिंह जी दे, बाबा ईश्वर सिंह जी दे, ते उस आसन ते लिया के बाबा जी ने स्वरूप रखिया। फिर स्वरूप रखिया ते माता जी कहन लगे भी हुण घरे गुरु नानक नूं लियांदा तां है तूं, ते हुण तूं आप भी सेवा करया कर, तूं आप भोग लवाया कर गुरु नानक नूं, भोग लवाया कर आप हुण ज्यादा सेवा करया कर। वेखो इस तरह होया, आप सेवा भी करन लगे बाबा जी। वेखो भोग भी लाउणा, ते फिर माता जी ने वेखो एक होर सिक्ख्या दित्ती। कहन लगे भी हुण घरे गुरु नानक आया ते गुरु नानक कीर्तन सुनदा, ते तू भी कीर्तन सुनाया कर गुरु नानक नूं, इत्थे सुनाया कर, धारना पढ़िया कर तू। सानू आप दे बना लो गोले सतगुरु नानक जी, ये धारना पढ़िया कर। वेखो माता जी सिक्ख्या ते इसे तरह किरपा बख्शिश होंदी गई। वेखो 1978 का समा आया। फिर 1978 दे विच आन के बाबा नंद सिंह जी ने फिर दर्शन दिते, बाबा जी नूं दर्शन दिते। वेखो शाम का समा सी, रहरा साहिब का पाठ करन लगे, चौपाई साहिब तो अगे पाठ। उस टाइम फिर उत्थे प्रकाश होया ते दर्शन दिते। बाबा जी ने बचन करे कि सिखा तुहाडे घर की भगती पूरी हो गई, असीं आ गए। बाबा जी ने बचन करे, बहुत बचन होए। बाबा जी ने तो फिर बेनती करी जी असीं तां इत्थे कल्ले हाँ, कल्ले हाँ। बाबा नंद सिंह जी बचन कर लगे भी कोई ना, भी जिहड़ियां ने साडी संगत कीतियां ना, जिन्हां दे 1-2 जन्म रह गए, असीं उन्हां नूं तेरे कोले अपने आप घेर के लियावांगे, वो असीं अपने आप तेरे कोले लियावांगे उन्हां नूं। वेखो बचन होए वे। बाबा जी ने बेनती करी जी असीं तां ढिल्ले आप रहिंदे हाँ, ढिल्ले रहिंदे हाँ, असीं शरीर नूं बड़ी तकलीफ रहिंदी है, डॉक्टर कहंदे टीवी है। बाबा नंद सिंह जी खिड़ खिड़ करके हसे। बाबा ही बचन करन लगे, सिखा असीं तेरी तली ते ओ चीज रखन लगे आ जिहड़ी किसे साधु कोले नहीं होवेगी, किसे साधु कोले नहीं होवेगी। आपां बिन दवाइयां तो राम करया करांगे, बिन दवाइयां तो राम करया करांगे। वेखो हुण सब नूं पता है किन्नी इत्थे किरपा वरतदी है, कित्थों कित्थों आउंदे ने मरीज, आउंदे ने भुगतदे ने। वेखो
ਆ ਇੱਕ ਹੁਣ ਬੁਖਾਰ ਚੱਲਿਆ ਡੇਂਗੂ, ਤੇ ਨਾਲ ਕਹਿ ਦਿੰਦੇ ਨੇ ਜੀ ਸੈੱਲ ਵੀ ਘੱਟ ਨੇ, ਵੀ ਔਖਾ ਹੈ, ਤੁਰਿਆ ਨਹੀਂ ਜਾਂਦਾ, ਕਮਜ਼ੋਰੀ ਪੈ ਰਹੀ ਹੈ। ਬਾਬਾ ਜੀ ਭੁਗਤੇ ਨੇ ਹੁਣ ਇੱਥੇ ਵੀ 2-3 ਜਾਣੇ ਵੇਖੋ। ਬਾਬਾ ਜੀ ਨੇ ਵੇਖਿਆ ਤੇ ਪ੍ਰਸ਼ਾਦ ਦਿੱਤਾ ਵੀ ਆ ਵੇਖ, ਹੁਣ ਕਹਿ ਧੰਨ ਗੁਰੂ ਨਾਨਕ ਜਪ ਵਾਹਿਗੁਰੂ, ਤਾਂ ਉਸੇ ਟਾਈਮ ਵੇਖੋ ਕਿਰਪਾ ਵਰਤਦੀ ਹੈ। ਉਸੇ ਟਾਈਮ ਕਿਰਪਾ ਵਰਤੀ ਤੇ ਉਹ ਉੱਠਿਆ ਬੈਠਿਆ, ਕਹਿਣ ਲੱਗਾ ਜੀ ਮੈਨੂੰ ਅੱਗੇ ਨਾਲੋਂ ਮੁੜਕਾ ਵੀ ਆ ਗਿਆ ਸਰੀਰ ਨੂੰ, ਲੱਗਦਾ ਨਹੀਂ ਵੀ ਬੁਖਾਰ ਹੈ। ਬਾਬਾ ਜੀ ਨੇ ਬਚਨ ਕਰਨਾ ਵੀ ਜਾ ਹੁਣ ਤੂੰ ਇੱਥੇ ਸੇਵਾ ਕਰ, ਘੰਟਾ 1.5 ਘੰਟਾ ਸਰੋਵਰ ਤੇ ਵੀ ਇਸ਼ਨਾਨ ਕਰ ਲੈ ਵੀ। ਫਿਰ ਵੇਖੀ ਸ਼ਾਮ ਨੂੰ ਫਿਰ ਭੁਗਤਿਆ ਜੀ ਅੱਗੇ ਨਾਲੋਂ ਸਰੀਰ ਠੀਕ ਹੈ, ਜਿਉਂ ਕਮਜ਼ੋਰੀ ਜੀ ਲੱਗਦੀ ਹੈ। ਵੀ ਤੂੰ ਹੁਣ ਆਏ ਕਰੀ, ਪੁੱਛੀ ਜਿਹੜੇ ਡਾਕਟਰ ਨੇ ਤੈਨੂੰ ਕਿਹਾ ਤੇਰੇ ਸੈੱਲ ਘੱਟ ਹੈ ਕਿ ਨਹੀਂ ਹੈ, ਉਹਨੂੰ ਦਿਖਾਇਆ ਹੀ, ਪੁੱਛੀ ਆਈ ਵੀ ਸੈੱਲ ਵੱਧ ਗਏ ਕਿ ਨਹੀਂ, ਚਾਰਜ ਹੋ ਗਏ ਕਿ ਨਹੀਂ ਹੋ ਗਏ। ਵੇਖੋ ਕਿਰਪਾ ਵਰਤਦੀ ਹੈ, ਸਤਿਗੁਰਾਂ ਦੀ ਕਿਰਪਾ ਹੈ। ਪਰ ਮਾਤਾ ਦਾ ਯੋਗਦਾਨ ਬਹੁਤ ਵੱਡਾ ਹੈ, ਯਾਨੀ ਮਾਤਾ ਦੀ, ਤਾਂ ਹੀ ਮਾਤਾ ਜੀ ਨੂੰ ਵੇਖੋ ਧੰਨ ਸ਼ਬਦ ਲੱਗਦਾ ਹੈ। ਧੰਨ ਧੰਨ ਜਿਨੇ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤ ਨਾਮ ਜਪਦੇ, ਜਿਨ੍ਹਾਂ ਦੇ ਪੁੱਤ ਬੰਦਗੀ ਕਰਤੇ, ਭਗਤ ਬਣੇ, ਸੂਰਮੇ ਬਣੇ, ਉਸ ਮਾਤਾ ਨੂੰ ਹੀ ਧੰਨ ਸ਼ਬਦ ਲੱਗਦਾ। ਵੇਖੋ ਧੰਨ ਸ਼ਬਦ ਲੱਗਦਾ। ਇਸ ਕਰਕੇ ਹੁਣ ਟਾਈਮ ਸਮਾਂ ਹੈ, ਸਮਾਂ ਹੈ ਹੁਣ ਵੇਖੋ, ਸਮਾਂ ਹੈ ਵੇ ਕਰਮਾਂ ਦੇ ਨਾਲ ਇਹ ਆਪਾਂ ਨੂੰ ਇਹ ਸਮਾਂ ਮਿਲਿਆ ਹੈ। ਜਦੋਂ ਵੀ ਛੁੱਟੀ ਦਾ ਸਮਾਂ ਹੁੰਦਾ ਹੈ ਉਦੋਂ ਹੀ ਬੱਚੇ ਨੂੰ ਭੇਜੋ ਵੀ ਜਾ ਤੂੰ ਅਸਥਾਨ ਤੇ ਜਾ ਕੇ ਰੌਲ ਲਾ ਲਾ, ਜਾ ਕੇ ਤੂੰ ਸੇਵਾ ਕਰ, ਹਾਜ਼ਰੀ ਭਰ ਵੀ, ਜਾ ਕੇ ਤੂੰ ਬਚਨ ਸੁਣ, ਉੱਥੇ ਮੱਥਾ ਟੇਕੀ, ਅੱਗੇ ਹੋਮੀ ਬੇਨਤੀ ਕਰੀ। ਆਪ ਵੇਖੋ ਇਹ ਫਰਜ਼ ਹੈ। ਸੋ ਆਓ ਬਾਬਾ ਜੀ ਦੀਵਾਨ ਦੇ ਵਿੱਚ ਪਹੁੰਚ ਗਏ ਨੇ। ਸੋ ਆਪਾਂ ਸਾਰੇ ਹੀ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀ ਭਰੀਏ, ਸਾਰੇ ਹੀ ਬੈਠੀਏ। ਇਹ ਕਰਮਾਂ ਦੇ ਨਾਲ ਸਮਾਂ ਮਿਲਿਆ ਸੁਭਾਗਾ। ਸੋ ਸਮਾਂ ਹੋਇਆ ਵੇਖੋ, ਪ੍ਰੇਮੇ ਦੇ ਮਾਤਾ ਪਿਤਾ ਨੇ ਸਮਝਾਇਆ ਨਾ, ਸਮਝਾਇਆ ਨਾ, ਸਮਝਾਇਆ ਨਾ ਉਹਨਾਂ ਨੇ ਵੇਖੋ, ਤੇ ਸਮਾਂ ਐਸਾ ਹੋਇਆ ਗੁਰੂ ਨੂੰ ਭੁੱਲ ਗਏ, ਪਰਮੇਸ਼ਰ ਨੂੰ ਵੇਖੋ, ਤੇ ਕਲਯੁਗ ਨੇ ਘੇਰਾ ਪਾਇਆ। ਕੈਸਾ ਘੇਰਾ ਪਾਇਆ? ਉਸਦੇ ਸਰੀਰ ਨੂੰ ਕੋੜ ਹੋ ਗਿਆ, ਕੋੜ ਹੋ ਗਿਆ ਉਸਦੇ ਸਰੀਰ ਨੂੰ। ਵੇਖੋ ਇਤਨਾ ਜ਼ਿਆਦਾ ਕੋੜ ਹੋ ਗਿਆ ਸਰੀਰ, ਤੇ ਘਰਦਿਆਂ ਨੇ ਵੀ ਕਹਿ ਦਿੱਤਾ ਕਿ ਪੁੱਤਰ ਤੂੰ ਘਰੋਂ ਬਾਹਰ ਚਲਿਆ ਜਾ, ਖੂਹ ਤੇ ਬੈਠ ਜਾ ਪਿੰਡੋਂ ਬਾਹਰ, ਤੇ ਵੀ ਅਸੀਂ ਤੈਨੂੰ ਉੱਥੇ ਹੀ ਜਲ ਪਾਣੀ ਭੋਜਨ ਲਿਆ ਦਿਆ ਕਰਾਂਗੇ, ਉੱਥੇ ਹੀ ਲਿਆ ਦਿਆ ਕਰਾਂਗੇ ਤੈਨੂੰ ਛਕਣ ਵਾਸਤੇ। ਬਹੁਤ ਇਲਾਜ ਕਰਵਾਇਆ, ਕੱਲਾ ਪੁੱਤਰ ਸੀ ਨਾ, ਮਾਇਆ ਵੀ ਬਥੇਰੀ ਖਰਚੀ, ਬਹੁਤ ਕੁਝ ਕਰਵਾਇਆ, ਪਰ ਕਿਤੋਂ ਵੀ ਕੋਈ ਰਾਹ ਨਾ ਮਿਲਿਆ। ਕਿਤੋਂ ਵੀ ਵੇਖੋ, ਕਿਸੇ ਵੈਦ ਕੋਲੋਂ ਵੀ ਕੋਈ ਦਵਾਈ ਨੇ, ਕਿਸੇ ਨੇ ਕੋਈ ਜੜੀਆਂ ਬੂਟੀਆਂ ਅਸਰ ਨਾ ਕੀਤਾ। ਕਿਉਂ? ਇਹ ਅਸਰ ਨਹੀਂ ਦਵਾਈਆਂ ਕਰਦੀਆਂ। ਇਹ ਕਦੋਂ ਨਹੀਂ ਕਰਦੀਆਂ? ਜਦੋਂ ਜੀਵ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ RAM ਤੇ ਲਗਨ ਜਨਮ ਬਜੋਗ। ਜਨਮਾਂ ਜਨਮਾਂ ਦਾ ਰੋਗੀ ਹੋ ਜਾਂਦਾ ਉਹ ਜੀਵ, ਜਿਹੜਾ ਪਰਮੇਸ਼ਰ ਨੂੰ ਭੁੱਲ ਜਾਂਦਾ। ਇਹ ਵੀ ਗੱਲ ਨੋਟ ਕਰ ਲਿਓ। ਉਸ ਦਾ ਇਲਾਜ ਵੀ ਫਿਰ ਪਰਮੇਸ਼ਰ ਦੇ ਦਰ ਤੇ ਹੀ ਆਇਆ ਉਸ ਦਾ ਇਲਾਜ ਹੋਣਾ। ਚਾਹੇ ਉਹ ਕਿਤੇ ਮਰਜ਼ੀ ਤੁਰਿਆ ਫਿਰਦਾ ਹੋਵੇ, ਕੋਈ ਵੱਡੇ ਡਾਕਟਰ ਕੋਲੇ, ਬਾਹਰ ਅਮਰੀਕਾ ਕੈਨੇਡਾ ਕਿਤੇ ਵੀ ਚਲਿਆ ਜਾਵੇ, ਪਰ ਉਸ ਦਾ ਇਲਾਜ ਪਰਮੇਸ਼ਰ ਦੇ ਕੋਲੇ ਹੀ ਹੋਣਾ। ਪਰਮੇਸ਼ਰ ਦੇ ਪਿਆਰਿਆਂ ਦੇ ਕੋਲੇ ਆ ਕੇ ਹੀ ਇਲਾਜ ਹੋਣਾ। ਵੇਖੋ ਸਮਾਂ ਹੋਇਆ, ਬਾਹਰ ਬੈਠਾ ਪਿੰਡੋਂ ਖੂਹ ਤੇ, ਸੋਚਣ ਲੱਗਿਆ ਵੀ ਐਸੀ ਜ਼ਿੰਦਗੀ ਜਿਉਣੀ, ਕਾਹਦੀ ਜਿਉਣੀ ਜ਼ਿੰਦਗੀ, ਕਿਉਂ ਨਾ ਮੈਂ ਮਾਰੀ ਜਾਵਾਂ, ਮਰ ਜਾਵਾਂ ਮੈਂ। ਖੂਹ 'ਚ ਛਾਲ ਮਾਰਨ ਲੱਗਿਆ।
ਇੰਨੇ ਸਮੇਂ ਨੂੰ ਉਧਰੋਂ ਗੁਰਸਿੱਖ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਸਿੱਖ ਸੰਗਤਾਂ ਨਾਲ ਧਾਰਨਾ ਪੜ੍ਹਦੀਆਂ ਜਾਂਦੀਆਂ ਨੇ। ਕੋਈ ਵਾਹਿਗੁਰੂ ਸਿਮਰਨ ਕਰਦਾ। ਜਦੋਂ ਖੂਹ ਦੇ ਕੋਲੇ ਆਏ ਨਾ, ਉੱਥੇ ਕਹਿਣ ਲੱਗੇ ਵੀ ਅੱਗੇ ਬਾਟ ਬਹੁਤ ਦੂਰ ਹੈ ਤੇ ਕਿਉਂ ਨਾ ਆਪਾਂ ਇੱਥੇ ਬੈਠ ਕੇ ਜਲ ਪਾਣੀ ਭੋਜਨ ਕਰ ਲਈਏ। ਤੇ ਜਦੋਂ ਛਕਣ ਲੱਗੇ ਨਾ, ਰੋਣ ਦੀ ਆਵਾਜ਼ ਆਈ ਤੇ ਗੁਰਸਿੱਖ ਉੱਠ ਕੇ ਜਦੋਂ ਵੇਖਿਆ, ਉਹ ਕਹਿਣ ਲੱਗੇ ਵੀ ਤੂੰ ਪਿੰਡੋਂ ਬਾਹਰ ਇੰਨੀ ਦੂਰ ਬੈਠਾ, ਕੀ ਦੁੱਖ ਕੀ ਤਕਲੀਫ, ਰੋ ਕਿਉਂ ਰਿਹਾ? ਉਹ ਕਹਿਣ ਲੱਗਿਆ ਵੀ ਮੇਰੇ ਸਰੀਰ ਨੂੰ ਕੋੜ ਹੋਇਆ ਵਾ ਹੈ, ਕੋੜ ਹੋਇਆ ਵਾ ਹੈ। ਉਹ ਕਹਿਣ ਲੱਗਿਆ ਵੀ ਕੋਈ ਵੈਦਾਂ ਨੂੰ ਦਿਖਾਇਆ। ਉਹ ਕਹਿਣ ਲੱਗਾ ਵੀ ਬਹੁਤ ਇਲਾਜ ਕਰਵਾਇਆ, ਪਰ ਕਿਤੋਂ ਵੀ ਕੋਈ ਫਰਕ ਨਹੀਂ ਪਿਆ। ਘਰਦਿਆਂ ਨੇ ਵੀ ਮੈਨੂੰ ਘਰੋਂ ਬਾਹਰ ਕੱਢ ਦਿੱਤਾ, ਕੋਈ ਨਹੀਂ ਮੇਰੇ ਕੋਲੇ ਆਉਂਦਾ ਜਾਂਦਾ। ਮੈਂ ਬੜਾ ਦੁਖੀ ਹਾਂ, ਮੈਂ ਤਾਂ ਮਰਨ ਲੱਗਿਆ ਸੀ, ਮੈਂ ਮਰ ਜਾਣਾ ਹੈ। ਮੇਰੇ ਵਾਸਤੇ ਸਭ ਦਰਵਾਜ਼ੇ ਬੰਦ ਨੇ, ਕੋਈ ਨਹੀਂ ਮੇਰੇ ਕੋਲੇ ਆਉਂਦਾ, ਕੋਈ ਨਹੀਂ ਆਉਂਦਾ। ਉਹ ਗੁਰਸਿੱਖ ਕਹਿਣ ਲੱਗੇ ਵੀ ਠੀਕ ਆ, ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਆ ਨਾ, ਕੋਈ ਨਹੀਂ ਸੁਣਦਾ, ਉਸ ਟਾਈਮ ਇੱਕ ਦਰਵਾਜ਼ਾ ਖੁੱਲਾ ਹੈ। ਕਿਹੜਾ ਹੈ? ਪਰਮੇਸ਼ਰ ਦਾ। ਇਸ ਟਾਈਮ ਗੋਇੰਦਵਾਲ ਸਾਹਿਬ ਤੀਸਰਾ ਗੁਰੂ ਨਾਨਕ ਸਤਿਗੁਰੂ ਬੈਠੇ ਨੇ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਬੈਠੇ ਨੇ, ਦੁਨੀਆ ਨੂੰ ਤਾਰਦੇ ਨੇ। ਅਸੀਂ ਵੇਖਿਆ ਹੈ ਕੋੜੀਆਂ ਨੂੰ ਠੀਕ ਕਰਦੇ, ਕੋੜੀ ਆਰਾਮ ਕਰਦੇ, ਵੀ ਚੱਲ ਤੂੰ ਸਾਡੇ ਨਾਲ। ਉੱਥੇ ਗੁਰੂ ਜੀ ਦੀ ਦ੍ਰਿਸ਼ਟੀ ਪੈਂਦੀ ਤੇ ਕੋੜੀਆਂ ਨੂੰ ਆਰਾਮ ਕਰਦੇ ਨੇ, ਤੂੰ ਨਾਲ ਚੱਲ ਸਾਡੇ। ਉਹ ਕਹਿਣ ਲੱਗਿਆ ਵੀ ਮੈਂ ਉੱਥੇ ਨਹੀਂ ਜਾ ਸਕਦਾ। ਉਹ ਕਹਿਣ ਲੱਗੇ ਵੀ ਕਿਉਂ ਨਹੀਂ ਜਾ ਸਕਦਾ? ਉਹ ਕਹਿਣ ਲੱਗਿਆ ਵੀ ਮੈਂ ਕਿਹੜੇ ਮੂੰਹ ਨਾਲ ਉੱਥੇ ਜਾਵਾਂ, ਮੈਨੂੰ ਬੜੀ ਸ਼ਰਮ ਆਉਂਦੀ ਹੈ। ਉਹ ਕਹਿਣ ਲੱਗੇ ਨਹੀਂ, ਵੀ ਉਹ ਤਾਂ ਦਰ ਸਾਂਝਾ ਹੈ ਸਭ ਦਾ, ਵੀ ਜਾਣ 'ਚ ਸ਼ਰਮ ਵਾਲੀ ਕਿਹੜੀ ਗੱਲ ਹੈ? ਗੁਰੂ ਹੈ, ਗੁਰੂ ਦਾ ਦਰ, ਗੁਰੂ ਸਭ ਦਾ ਸਾਂਝਾ ਹੈ। ਉਹ ਕਹਿਣ ਲੱਗਿਆ ਨਹੀਂ ਵੀ ਮੇਰਾ ਜਿਹੜਾ ਜਨਮ ਹੋਇਆ ਨਾ, ਇਹ ਗੁਰੂ ਦੇ ਬਚਨਾਂ ਦੇ ਨਾਲ ਜਨਮ ਹੋਇਆ। ਮੇਰਾ ਨਾਮ ਵੀ ਗੁਰੂ ਨੇ ਹੀ ਰੱਖਿਆ ਸੀ, ਮੇਰਾ ਨਾਮ, ਵੀ ਮੈਂ ਹੁਣ ਕਿਹੜੇ ਮੂੰਹ ਨਾਲ ਉੱਥੇ ਜਾਵਾਂ? ਗੁਰਸਿੱਖ ਬੜੇ ਹੈਰਾਨ ਹੋਏ। ਉਹ ਕਹਿਣ ਲੱਗੇ ਵੀ ਤੀਸਰੇ ਪਾਤਸ਼ਾਹ ਦੇ ਬਚਨਾਂ ਨਾਲ ਤੇਰਾ ਜਨਮ ਹੋਇਆ, ਤੇਰਾ ਨਾਮ ਵੀ ਰੱਖਿਆ ਗਿਆ, ਪਰ ਤੈਨੂੰ ਐਸੀ ਬਿਮਾਰੀ ਕਿਵੇਂ ਲੱਗ ਸਕੀ? ਬਿਮਾਰੀ ਨਹੀਂ ਸੀ ਤੈਨੂੰ ਇਹ ਲੱਗ ਸਕਦੀ ਬਈ, ਕਿਉਂ ਗੁਰੂ ਤਾਂ ਸਮਰੱਥ ਹੈ ਬਈ। ਤੇਰੇ ਵਿੱਚ ਜ਼ਰੂਰ ਕੋਈ ਕਮੀ ਹੋਵੇਗੀ, ਤੇਰੇ 'ਚ ਕਮੀ ਹੋਵੇ। ਉਹ ਕਹਿਣ ਲੱਗਾ ਹਾਂ ਵੀ ਕਮੀਆਂ ਹੀ ਕਮੀਆਂ ਸੀ, ਗੁਰੂ ਕੋਲੇ ਜਾਣਾ ਛੱਡ ਦਿੱਤਾ, ਗੁਰੂ ਨੂੰ ਭੁੱਲ ਗਏ, ਕਲਯੁਗ ਨੇ ਘੇਰ ਲਿਆ, ਨਸ਼ਿਆਂ ਦੇ ਵਿੱਚ ਵੜ ਗਿਆ, ਬਹੁਤ ਮਾੜੀਆਂ ਭੈੜੀਆਂ ਬੁਰੀਆਂ ਆਦਤਾਂ ਬਣ ਗਈਆਂ, ਤਾਂ ਮੈਨੂੰ ਕੋੜ ਹੋ ਗਿਆ, ਪਾਪ ਬਹੁਤ ਬਣ ਗਏ ਸੀ। ਗੁਰਸਿੱਖ ਕਹਿਣ ਲੱਗੇ ਨਹੀਂ, ਫਿਰ ਤੈਨੂੰ ਹੁਣ ਅਸੀਂ ਤੈਨੂੰ ਨਾਲ ਲੈ ਕੇ ਜਾਣਾ। ਨਾਲ ਲੈ ਕੇ ਗਏ। ਫਿਰ ਐਸੇ ਤਰ੍ਹਾਂ ਸਤਸੰਗ ਦੀਵਾਨ ਸਜਿਆ, ਸਤਿਗੁਰੂ ਬੈਠੇ ਤੀਸਰੇ ਪਾਤਸ਼ਾਹ, ਤੀਸਰਾ ਗੁਰੂ ਨਾਨਕ ਬੇਨਤੀ ਕਰੀ ਆਣ ਕੇ ਗੁਰਸਿੱਖਾਂ ਨੇ ਬਾਬਾ ਬੁੱਢਾ ਜੀ ਦੇ ਕੋਲੇ। ਬਾਬਾ ਬੁੱਢਾ ਜੀ ਨੇ ਬੇਨਤੀ ਕਰੀ, ਸਤਿਗੁਰੂ ਸੱਚੇ ਪਾਤਸ਼ਾਹ ਕੋਈ ਮਰੀਜ਼ ਹੈ, ਕੋੜੀ ਹੈ, ਕਿਰਪਾ ਕਰੋ। ਸਤਿਗੁਰਾਂ ਨੇ ਬਚਨ ਕਰਿਆ ਵੀ ਅੱਗੇ ਲਿਆਓ। ਕਹਿਣ ਲੱਗੇ ਜੀ ਉਹ ਹੁਣ ਅੱਗੇ ਲਿਆਉਣ ਜੋਗਾ ਨੇ, ਵੀ ਕੋੜ ਬਹੁਤ ਹੈ, ਬਦਬੂ ਆਉਂਦੀ ਹੈ ਉਸ ਕੋਲੋਂ, ਤੁਸੀਂ ਕਿਰਪਾ ਕਰੋ। ਸਤਿਗੁਰਾਂ ਨੇ ਬਚਨ ਕਰਿਆ ਵੀ ਉਸ ਨੂੰ ਬੌਲੀ ਸਾਹਿਬ ਤੇ ਲਿਜਾ ਕੇ ਇੱਕ ਤਾਂ ਇਸ਼ਨਾਨ ਕਰਵਾਓ, ਕੋਲੇ ਬੈਠ ਕੇ ਕੋਈ ਜਪਜੀ ਸਾਹਿਬ ਦਾ ਪਾਠ ਵੀ ਸੁਣਾਓ। ਤੇ ਬਾਬਾ ਬੁੱਢਾ ਜੀ ਨੇ ਵੀ ਭੇਜਿਆ ਕੋਲੋਂ ਪਰਨਾ ਦੇ ਕੇ ਵੀ ਜਾਓ ਤੁਸੀਂ ਵੀ। ਇਸ਼ਨਾਨ ਕਰਵਾਉਣ ਲੱਗੇ, ਜਪਜੀ ਸਾਹਿਬ ਦਾ ਪਾਠ ਹੁੰਦਾ ਹੈ, ਪਾਠ ਹੁੰਦਾ ਹੈ। ਵੇਖੋ ਜਦੋਂ ਪਾਠ ਸਮਾਪਤੀ ਹੋਈ ਨਾ, ਪਵਨ ਗੁਰੂ ਪਾਣੀ ਪਿਤਾ ਪੜ੍ਹਿਆ ਗਿਆ, ਤੇ ਫਿਰ ਬਾਬਾ ਬੁੱਢਾ ਜੀ ਉਸ ਨੂੰ ਪੁੱਛਦੇ ਨੇ ਵੀ ਹਾਂ ਅੱਗੇ ਨਾਲੋਂ ਹੁਣ ਸਰੀਰ ਕਿਸ ਤਰ੍ਹਾਂ ਹੈ, ਕਿਵੇਂ ਹੈ ਸਰੀਰ ਦਾ ਹੁਣ, ਕੀ ਦਰਦ ਕੀ ਤਕਲੀਫ ਹੈ? ਅੱਖਾਂ ਖੋਲੀਆਂ, ਕਹਿਣ ਲੱਗਿਆ ਵੀ ਮੈਨੂੰ ਇਸ ਟਾਈਮ ਕੋਈ ਦੁੱਖ ਕੋਈ ਤਕਲੀਫ ਨਹੀਂ ਹੈ। ਕਹਿਣ ਲੱਗਿਆ ਅੱਗੇ ਅੰਦਰੋਂ ਬਹੁਤ ਮੱਚਦਾ ਸੀ, ਸੜਦਾ ਸੀ, ਅੱਗੇ ਅੰਦਰੋਂ ਵੀ ਜਿਉਂ-ਜਿਉਂ ਜਪਜੀ ਸਾਹਿਬ ਦੀ ਬਾਣੀ ਅੰਦਰ ਕੰਨਾਂ ਰਾਹੀਂ ਗਈ ਤਾਂ ਉਹ ਵੀ ਹੁਣ ਮਚਨੋਂ ਤਪਨੋਂ ਹਟ ਗਿਆ, ਉਹ ਵੀ ਠੰਡਾ ਠਾਰ ਹੋ ਗਿਆ। ਆ ਸਰੀਰ ਸੀ ਪਾਣੀ ਸਿਮਦਾ ਸੀ, ਬਦਬੂ ਆਉਂਦੀ ਸੀ, ਆ ਤੁਹਾਡੇ ਸਾਹਮਣੇ ਆ ਵੇਖ ਲਓ ਸਰੀਰ ਵੀ ਵਧੀਆ ਹੋ ਗਿਆ, ਹੁਣ ਕੰਚਨ ਵਾਂਗ ਸਾਫ਼ ਹੋ ਗਿਆ।
ਸਾਫ਼ ਹੋ ਗਿਆ ਵੀ ਮੈਂ ਇਸ ਟਾਈਮ ਠੀਕ ਹਾਂ, ਮੈਨੂੰ ਕੋਈ ਦੁੱਖ ਕੋਈ ਤਕਲੀਫ ਨਹੀਂ ਹੈ। ਸੰਗਤਾਂ ਬਹੁਤ ਖੜੀਆਂ ਸੀ, ਐਸਾ ਕੌਤਕ ਵੇਖਦੇ ਸਨ। ਵੇਖੋ ਸੰਗਤਾਂ ਵਿੱਚ ਐਸੇ ਵੀ ਕੋਈ ਖੜੇ ਸਨ ਜਿਹੜੇ ਕਿੰਤੂ ਪ੍ਰੰਤੂ ਕਰਨ ਵਾਲੇ। ਉਹ ਸੋਚਿਆ, ਵਿਚਾਰਾਂ ਕਰਨ ਲੱਗੇ, ਬੋਲਣ ਲੱਗੇ ਵੀ ਇਹਦੇ ਤਾਂ ਹੁਣ ਸਰੀਰ ਤੇ ਦਾਗ ਹੈ, ਦਾਗ ਤਾਂ ਹੈ, ਕੋੜ ਦੇ ਨਿਸ਼ਾਨ ਤਾਂ ਰਹਿ ਗਏ, ਇਹ ਤਾਂ ਫੇਰ ਕਦੋਂ ਮਰਜੀ ਕੋੜ ਉੱਠ ਖੜੇ ਇਸ ਨੂੰ ਹੋ ਸਕਦਾ ਹੈ। ਉਹ ਆਏ ਬੋਲਣ ਲੱਗੇ। ਬਾਬਾ ਬੁੱਢਾ ਜੀ ਨੇ ਫਿਰ ਜਿਹੜਾ ਪਰਨਾ ਸੀ ਸਤਿਗੁਰਾਂ ਨੇ ਭੇਜਿਆ, ਤੇ ਬਾਬਾ ਜੀ ਨੇ ਫਿਰ ਪਹਿਲੀ ਪੌੜੀ ਪਾਠ ਕਰਦਿਆਂ ਕਰਦਿਆਂ ਜਿਉਂ-ਜਿਉਂ ਸਰੀਰ ਤੇ ਫੇਰ ਰਹੇ ਨੇ, ਤੇ ਤਿਉਂ-ਤਿਉਂ ਉਹ ਜਿੰਨੇ ਦਾਗ ਦਿਸਦੇ ਸੀ ਨਾ, ਉਹ ਸਾਰੇ ਹੀ ਮੱਧਮ ਪੈ ਗਏ ਦਾਗ। ਉਹ ਸਾਰੇ ਹੀ ਦਾਗ ਮੱਧਮ ਪੈ ਗਏ। ਵੇਖੋ ਬੜਾ ਖੁਸ਼ ਹੋਏ ਸਭ ਸੰਗਤਾਂ ਨੇ ਵੇਖਿਆ ਐਸਾ ਕੌਤਕ, ਤੇ ਸੋਹਣੇ ਵਧੀਆ ਵਸਤਰ ਪਹਿਨਾ ਕੇ ਤੇ ਸਤਿਗੁਰਾਂ ਦੇ ਕੋਲੇ ਅੱਗੇ ਲਿਆ ਕੇ ਖੜਾਇਆ ਪ੍ਰੇਮੇ ਨੂੰ। ਤੇ ਫਿਰ ਉਹ ਬੇਨਤੀ ਕਰਦਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਾਤੇ ਹੀ। ਬੇਨਤੀ ਕਰੀ ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸਰਨਾਏ ਜਿਉ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜਿਉ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ, ਤੁਸੀਂ ਬਖਸ਼ਣਹਾਰ ਹੋ, ਮੈਂ ਪਾਪੀ ਹਾਂ, ਮੈਂ ਕਲਯੁਗੀ ਹੀ ਜੀਵ ਹਾਂ। ਜਦੋਂ ਐਸੀਆਂ ਨਿਮਰਤਾ ਭਰੀਆਂ ਬੇਨਤੀਆਂ ਕਰੀਆਂ ਨਾ, ਤੇ ਸਤਿਗੁਰਾਂ ਨੇ ਅੰਮ੍ਰਿਤ ਭਰੀ ਦ੍ਰਿਸ਼ਟੀ ਪਾਈ, ਤੇ ਫੇਰ ਹੀ ਸਤਿਗੁਰਾਂ ਨੇ ਇਹੀ ਬਚਨ ਕਰੇ, ਪ੍ਰੇਮਿਆ ਵੇਖੀ ਕਿਤੇ ਹੁਣ ਫੇਰ ਕਿਤੇ ਗੁਰੂ ਨੂੰ ਨਾ ਫੇਰ ਭੁੱਲ ਜਾਵੀਂ, ਭੁੱਲ ਨਾ ਜਾਵੀਂ। ਚਰਨ ਪਕੜੇ ਫੇਰ ਚਰਨ ਪਹੁਲ ਲਈ, ਵਾਹਿਗੁਰੂ ਮੰਤਰ ਦਿੱਤਾ ਸਤਿਗੁਰਾਂ ਨੇ, ਗੁਰੂ ਮਹਾਰਾਜ ਜੀ ਨੇ। ਜਾਣੀ ਇਸੇ ਤਰ੍ਹਾਂ ਗੁਰੂ ਜੀ ਨੇ ਨਿਵਾਜਿਆ। ਤੀਸਰੇ ਪਾਤਸ਼ਾਹ ਨੇ ਵੇਖੋ ਜਿਨ੍ਹਾਂ ਦੇ ਚਿੱਤ ਮਨ ਗੁਰੂ ਨਾਲ ਜੁੜ ਜਾਂਦੇ ਨੇ, ਸਤਿਗੁਰ ਸਿਉ ਚਿੱਤ ਲਾਈਏ ਸਦਾ ਸਦਾ ਰੰਗਵਾ, ਜਿਨ੍ਹਾਂ ਦੇ ਚਿੱਤ ਮਨ ਜੁੜ ਜਾਂਦੇ ਨੇ। ਵੇਖੋ ਸਮਾਂ ਹੋਇਆ, ਸਤਿਗੁਰਾਂ ਨੇ ਬਚਨ ਕਰਿਆ ਵੀ ਮਾਤਾ ਪਿਤਾ, ਕਹਿਣ ਲੱਗਾ ਜੀ ਉਹ ਵੀ ਉਹਨਾਂ ਵੱਲੋਂ ਤਾਂ ਮੈਂ ਮਰਿਆ ਵਾ ਹਾਂ, ਮਰ ਗਿਆ ਸੀ, ਉਹਨਾਂ ਵੱਲੋਂ ਘਰੋਂ ਕੱਢ ਦਿੱਤਾ ਸੀ। ਸਤਿਗੁਰੂ ਬਚਨ ਕਰਨ ਲੱਗੇ, ਨਹੀਂ ਵੀ ਅਕਸਰ ਜਨਮ ਦਿੱਤਾ, ਉਹਨਾਂ ਨੇ ਪਾਲਿਆ ਪਲੋਸਿਆ, ਕਿੱਥੇ ਨੇ? ਕਹਿਣ ਲੱਗਿਆ ਜੀ ਉਹ ਤਾਂ ਪਿੰਡ ਨੇ, ਜਾਂ ਫਿਰ ਤੂੰ ਲਿਆ। ਕਹਿਣ ਲੱਗਿਆ ਨਹੀਂ ਸਤਿਗੁਰੂ ਇੱਥੋਂ ਸੁਨੇਹਾ ਦੇ ਕੇ ਭੇਜ ਦਿਓ, ਜੇ ਇੱਥੇ ਆਪ ਜੀ ਦੇ ਕੋਲੇ ਦਰ ਘਰ ਆ ਜਾਣਗੇ, ਬਚਨ ਮੰਨ ਲੈਣਗੇ, ਤਾਂ ਫਿਰ ਜਿਵੇਂ ਹੁਕਮ ਕਰੋਗੇ ਸਤ ਹੈ। ਬੁਲਾਇਆ, ਮਾਤਾ ਪਿਤਾ ਨੇ ਵੇਖਿਆ ਆ ਕੇ ਵੀ ਪੁੱਤਰ ਰਾਜੀ ਹੈ, ਵਧੀਆ ਸੇਵਾ ਕਰਦਾ, ਤੁਰਿਆ ਫਿਰਦਾ ਹੈ। ਉਹ ਵੀ ਬਰਾਗ ਕਰਨ ਲੱਗੇ, ਰੋਣ ਲੱਗੇ, ਚਰਨਾਂ ਡਿੱਗੇ, ਸਤਿਗੁਰਾਂ ਦੇ ਚਰਨ ਪਕੜੇ, ਕਹਿਣ ਲੱਗੇ ਸਤਿਗੁਰ ਅਸੀਂ ਭੁੱਲਣਹਾਰ ਹਾਂ, ਹੁਣ ਕਿਰਪਾ ਕਰਿਓ, ਅਸੀਂ ਆਪਣਾ ਸਾਰਾ ਹੀ ਜੀਵਨ ਤੁਹਾਡੇ ਚਰਨਾਂ 'ਚ ਇੱਥੇ ਲੇਖੇ ਹੀ ਲਾਉਣ ਵਾਸਤੇ ਆਏ ਹਾਂ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਉਹ ਸਾਰੀ ਜ਼ਿੰਦਗੀ ਸਾਰੀ ਉਮਰ ਉੱਥੇ ਰਹੇ, ਤੇ ਪ੍ਰੇਮੇ ਨੂੰ ਸਤਿਗੁਰਾਂ ਨੇ ਫਿਰ 22 ਮੰਜੀਆਂ ਬਖਸ਼ੀਆਂ ਸਨ ਤੀਸਰੇ ਪਾਤਸ਼ਾਹ ਨੇ, ਤੇ ਜਿਨ੍ਹਾਂ ਦੇ ਵਿੱਚ ਇੱਕ ਭਾਈ ਪ੍ਰੇਮੇ ਦਾ ਵੀ ਨਾਮ ਆਉਂਦਾ। ਸਤਿਗੁਰਾਂ ਨੇ ਉਸ ਨੂੰ ਵੀ ਇੱਕ ਮੰਜੀ ਦੇ ਕੇ ਤੇ ਬਚਨ ਕਰਿਆ, ਜਾ ਕੇ ਤੂੰ ਵੀ ਗੁਰਸਿੱਖੀ ਦਾ ਪ੍ਰਚਾਰ ਕਰ, ਗੁਰਸਿੱਖੀ ਦੇ ਪ੍ਰਚਾਰ ਵਾਸਤੇ ਲਾਇਆ। ਵੇਖੋ ਸਤਿਗੁਰ ਕੈਸਾ ਹੈ ਆਪਣਾ, ਵੇਖੋ ਘੋਰ ਕਲਯੁਗ ਵਿੱਚ ਇਹ ਗੁਰੂ ਆਪਾਂ ਨੂੰ ਪੂਰਾ ਮਿਲਿਆ। ਘਰ ਵਿੱਚ ਕੋਈ ਔਲਾਦ ਨਹੀਂ ਸੀ, ਤੇ ਕਿਰਪਾ ਹੋਈ, ਪੁੱਤਰ ਹੋਇਆ, ਤੇ ਵੇਖੋ ਕੈਸਾ ਕੌਤਕ ਵਰਤਿਆ। ਮਾਇਆ ਨੇ ਪਕੜ ਲਿਆ, ਨਸ਼ਿਆਂ ਵਿੱਚ ਡਿੱਗ ਪਿਆ ਸੀ, ਤੇ ਪਰ ਗੁਰੂ ਨੇ ਲਾਜ ਰੱਖੀ ਆਪਣੇ ਪਿਆਰੇ ਦੀ। ਵੇਖੋ ਦੁਬਾਰਾ ਫਿਰ ਜੁੜਿਆ, ਗੁਰੂ ਧਾਰਿਆ, ਤੇ ਕਿੱਥੇ ਪਹੁੰਚਾ ਦਿੱਤਾ, ਤੇ ਸਤਿਗੁਰਾਂ ਨੇ ਉਸ ਨੂੰ ਮੰਜੀ ਬਖਸ਼ੀ। ਵੇਖੋ ਗੁਰੂ ਕੀ ਨਹੀਂ ਕਰ ਸਕਦਾ, ਗੁਰੂ ਬੈਠਾ ਹੈ ਹੁਣ ਵੀ। ਸੋ ਇਸ ਕਰਕੇ ਕਰਮਾਂ ਨਾਲ ਸਮਾਂ ਮਿਲਿਆ ਹੈ। ਸੋ ਆਓ, ਬਾਬਾ ਜੀ ਦੀਵਾਨ ਵਿੱਚ ਬੈਠੇ ਨੇ, ਦਰਗਾਹੀ ਬਚਨਾਂ ਦਾ ਸਮਾਂ ਹੈ। ਸੋ ਆਪਾਂ ਨੇ ਸਭ ਨੇ ਹੀ ਦਰਗਾਹੀ ਬਚਨ ਸਰਵਣ ਕਰਕੇ ਆਪਾਂ ਨੇ ਲਾਹਾ ਪ੍ਰਾਪਤ ਕਰਨਾ ਹੈ। ਹੁਣ ਇਹ ਸਮਾਂ ਮਿਲਿਆ ਹੈ ਆਪਾਂ ਨੂੰ, ਸਮਾਂ ਮਿਲਿਆ ਹੈ ਆਪਾਂ ਨੂੰ। ਵੇਖੋ ਇਹ ਸਰੀਰ ਦਾ ਹੁਣ ਲਾਹਾ ਹੈ, ਲਾਹਾ ਹੈ। ਸੋ ਆਪਾਂ ਵੀ ਇਹ ਬੇਨਤੀ ਕਰਿਆ ਕਰੀਏ ਸਤਿਗੁਰਾਂ ਦੇ ਚਰਨਾਂ ਦੇ ਵਿੱਚ
ਜਦੋਂ ਵੀ ਆਉਂਦੇ ਆ ਨਾ ਬੇਨਤੀ ਕਰੀਏ ਕਿ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਇਹ ਬੇਨਤੀ ਕਰਨੀ ਚਾਹੀਦੀ ਹੈ। ਬਾਬਾ ਜੀ ਬਚਨ ਕਰਿਆ ਕਰਦੇ ਨੇ ਕਿ ਗੁਰੂ ਕੋਲੋਂ ਕੋਈ ਐਵੇਂ ਦੁਨਿਆਵੀ ਕੋਈ ਦਾਤ ਨਾ ਮੰਗਿਆ ਕਰੋ। ਮੰਗਣੀ ਹੈ ਤਾਂ ਗੁਰੂ ਕੋਲੋਂ ਇੱਕ ਸਿਰਫ ਭਗਤੀ ਦੀ ਹੀ, ਨਾਮ ਦੀ ਹੀ ਦਾਤ ਮੰਗੋ। ਗੁਰੂ ਕੋਲੋਂ ਵੇਖੋ, ਕਿਉਂ ਗੁਰੂ ਸਮਰੱਥ ਹੈ, ਗੁਰੂ ਪੂਰਾ ਹੈ। ਵੇਖੋ ਸੋ ਆਓ ਸਾਰੇ ਹੀ ਆਪਾਂ ਧਾਰਨਾ ਦੇ ਨਾਲ ਹਾਜ਼ਰੀ ਲਵਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ।